ਇਹ ਕਿਸਾਨ ਯੂਨੀਅਨ ਨੇ ਜੇ ਪਤੇ ਪ੍ਰੋਗਰਾਮ ਦੇ ਦੇਣਾ ਚੰਗੀ ਤਰ੍ਹਾਂ 31 ਦੀਆਂ 31 ਵੀ ਗੱਲ ਸੁਣ ਲਓ, ਨਹੀਂ ਤਾਂ ਸਿੱਧੇ ਹੋ ਕੇ ਆ ਜਾਓ ਪਿੱਛੇ ਸਾਡੇ। ਆ ਸਾਡਾ ਹੈਗਾ ਆਹ ਪ੍ਰੋਗਰਾਮ ਵੀ ਜੇ ਤੁਸੀਂ ਸਾਡੇ ਨਾਲ ਨਾ ਆਏ ਸਾਰਾ ਪੰਜਾਬ ਇਹਨਾਂ ਦਾ ਬਾਈਕਾਟ ਕਰੋ, ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ। ਜੇ ਨਾ ਸਾਂਝ ਨੂੰ ਆ ਕੇ ਪੈਰਾਂ 'ਚ ਬੈਠੇ ਮੈਨੂੰ ਬਲਜੀਤ ਸਿੰਘ ਭੁੱਟਾ ਨਾ ਕਿਹੋ। ਅੱਜ ਫਿਰਦੇ ਨੇ ਕੱਲਾ ਕੱਲਾ MLA, ਕੋਈ ਕਹਿੰਦਾ ਜੀ ਇੱਧਰ ਨੂੰ ਤੁਰ ਪਓ ਝੰਡੇ ਲੈ ਕੇ ਟਰੈਕਟਰ ਪਿੱਛੇ ਲਾ ਲਓ, ਕੋਈ ਇੱਧਰ ਨੂੰ ਕਹਿੰਦੇ। ਮੈਂ ਵੀ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਪਰ ਵੀਰੋ ਮੈਂ ਨਹੀਂ ਗਿਆ। ਮੈਂ ਆਪਣਾ ਕਾਲਾ ਝੰਡਾ ਲਾ ਲਿਆ, ਕਾਲਾ ਝੰਡਾ ਲਾ ਕੇ ਮੋਟਰਸਾਈਕਲ ਦੀ ਰੈਲੀ ਕੱਢੀ ਕਾਲੇ ਝੰਡੇ ਲਾ ਕੇ, ਕਿਉਂਕਿ ਉਹਨਾਂ ਦੀ ਚੀਜ਼ ਇੱਥੋਂ ਪੈਦਾ ਕਰੀ ਹੋਈ ਡਾਲਰਾਂ 'ਚ ਵਿਕਣੀ ਹੈ, ਸਾਰੀ ਦੁਨੀਆ ਦੇ ਵਿੱਚ ਜਾਣੀ ਹੈ। ਅੱਜ ਸਾਨੂੰ ਇਹ ਸੋਚਣਾ ਪੈਣਾ। ਆਹ ਕਣਕ ਸਾਡੀ ਫਸਲ ਨਹੀਂ ਹੈਗੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਗੱਲ ਦੀ। ਆਹ ਜੀਰੀ ਸਾਡੀ ਫਸਲ ਨਹੀਂ ਹੈਗੀ, ਸਾਡੀ ਫਸਲ ਬਾਬੇ ਦੇ ਨਾਨਕ ਦੇ ਟਾਈਮ ਕੀ ਪੈਦਾ ਹੁੰਦਾ ਸੀ। 15 ਕਿਸਾਨਾਂ ਨੂੰ ਇਕੱਠੇ ਹੋ ਕੇ ਟ੍ਰੇਡ ਮਾਰਕਾ, ਇੱਕ ਮਾਰਕਾ ਲੈਣਾ ਪੈਣਾ। ਮਾਰਕਾ ਲੈ ਕੇ ਤੁਹਾਨੂੰ ਅੰਤਰਰਾਸ਼ਟਰੀ ਮਾਰਕੀਟ 'ਚ ਅਸੀਂ ਤਾਂ ਪਹੁੰਚ ਸਕਦੇ ਹਾਂ। ਜਦੋਂ ਦੇਸ਼ ਭੁੱਖਾ ਮਰਦਾ ਸੀ ਉਸ ਸਮੇਂ ਕਿਸਾਨ ਦੀ ਜਿਹੜੀ ਫੋਟੋ ਆ ਉਹ ਨੋਟਾਂ ਤੇ ਵੀ ਲੱਗਦੀ ਸੀ, ਜਿਹੜੀ ਟਰੈਕਟਰ ਦੀ ਫੋਟੋ ਉਹ ਵੀ ਨੋਟਾਂ ਤੇ ਲੱਗਦੀ ਸੀ। ਔਰ ਉਸ ਸਮੇਂ ਕਿਸਾਨ ਨੂੰ ਇਹ ਵੀ ਕਿਹਾ ਜਾਂਦਾ ਸੀ ਵੀ ਇਹ ਸਾਡੇ ਦੇਸ਼ ਦਾ ਅੰਨਦਾਤਾ ਹੈ। ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੇ ਕਣਕਾਂ ਤੱਕ, ਇਹਨਾਂ ਦਾ 10 ਪੁਸਤਾਂ ਦਾ ਹੀਲਾ ਕਰਿਆ ਹੋਇਆ ਪਹਿਲਾਂ ਹੀ, ਇਹਨਾਂ ਨੂੰ ਕੋਈ ਮਤਲਬ ਨਹੀਂ। ਜਿਹਦੇ ਕੋਲ ਚਿੱਟੇ ਕੱਪੜੇ ਪਾਏ ਨੇ, 7000 ਵਾਲੀ ਜੁੱਤੀ ਪਾਈ ਹੈ, ਅਸੀਂ ਉਹਨੂੰ ਤਾਂ ਬਿਠਾ ਦਿਆਂ ਅੰਦਰ ਸੋਫੇ ਤੇ, ਚਾਹੇ ਠੱਗ ਸਿਰੇ ਦਾ ਹੋਵੇ। ਔਰ ਜਿਹੜਾ ਬੰਦਾ ਬਾਈ ਵਿਚਾਰਾ ਜਿਹੜਾ ਜੇਲਾਂ ਕੱਟ ਕੇ ਆਏ ਨੇ, ਜਿਹੜਾ ਜਿਹਦੀ ਸੋਚ ਸਹੀ ਆ, ਸਾਈਕਲ ਤੇ ਫਿਰਦਾ, ਅਸੀਂ ਬਾਈ ਉਹਨੂੰ ਚਾਹ ਨਹੀਂ ਪੁੱਛਦੇ, ਪਾਣੀ ਨਹੀਂ ਪੁੱਛਦੇ ਉਹਨੂੰ। ਚਾਹੇ ਪੈਰ ਦੀ ਜੁੱਤੀ ਤੋਂ ਲੈ ਕੇ ਅੱਜ ਚਾਹੇ ਟੀ-ਸ਼ਰਟ ਹੈ, ਚਾਹੇ ਕੋਈ ਪੈਂਟ ਹੈ, ਚਾਹੇ ਕੋਈ ਗੱਡੀ ਹੈ, ਚਾਹੇ ਕੋਈ ਰੋਡ ਨੇ, ਚਾਹੇ ਕੋਈ 에ਅਰਪੋਰਟ ਹੈ, ਇੱਥੋਂ ਤੱਕ ਕਿ ਡਿਫੈਂਸ ਵੀ ਇਹ ਅੱਜ ਰਿਲਾਇੰਸ ਦੇ ਅਧੀਨ ਕਰਤਾ। ਵੀ ਜਿਹੜੀ ਇਹ ਚਾਲ ਹੈ 1925 'ਚ ਜਨਮ ਹੋਇਆ ਇਹਦਾ, ਔਰ 1925 ਤੋਂ ਲੈ ਕੇ ਅੱਜ 95 ਸਾਲ ਹੋ ਗਏ। 95 ਸਾਲ ਦੇ ਇਸ ਗੱਲ ਨੂੰ ਲੈ ਕੇ ਤੁਰੇ ਹੋਏ RSS ਦੇ ਆਗੂ ਅੱਜ ਉਹਨਾਂ ਨੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਲੈ ਲਈ। ਸਭ ਤੋਂ ਪਹਿਲਾਂ ਮੈਂ ਆਪਣੇ ਵੀਰ ਦੀਪ ਸਿੱਧੂ ਨੂੰ ਉਹਨਾਂ ਦਾ ਇਸ ਗੱਲੋਂ ਬੜਾ ਸ਼ੁਭ ਚਿੰਤਕ ਹਾਂ ਕਿ ਜਿਨ੍ਹਾਂ ਨੇ ਇੱਕ ਐਸੀ ਹਿੰਮਤ ਕੀਤੀ ਹੈ ਵੀ ਆ ਕੇ ਇਸ ਸ਼ੰਭੂ ਦੇ ਘੱਗਰ ਦੇ ਕਿਨਾਰੇ ਦੇ ਉੱਤੇ ਆ ਕੇ ਮੋਰਚਾ ਲਾਇਆ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ, ਬੜੀਆਂ ਵਿਚਾਰਾਂ ਸਟੇਜ ਤੋਂ ਬੜੇ ਸੂਝਵਾਨ ਜਿਹੜੇ ਆਗੂ ਨੇ ਸਾਡੇ ਉਹ ਕਰਕੇ ਜਾਂਦੇ ਨੇ, ਔਰ ਉਹਨਾਂ ਨੇ ਕਾਨੂੰਨ ਦੇ ਬਾਰੇ ਬੜੀ ਚੰਗੀ ਤਰ੍ਹਾਂ ਉੱਥੇ ਡਿਟੇਲ 'ਚ ਵਕੀਲ ਸਾਹਿਬ ਵੀ ਪਹਿਲਾਂ ਦੱਸ ਕੇ ਗਏ ਨੇ ਵੀ ਕਿਵੇਂ ਸਾਡਾ ਨੁਕਸਾਨ ਹੋਣਾ ਔਰ ਕਿਵੇਂ ਅੱਗੇ ਸਾਨੂੰ ਚੱਲਣਾ ਚਾਹੀਦਾ। ਅੱਜ ਮੈਂ ਸਮਝਦਾ ਜਿੱਥੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨੀ 'ਤੇ ਹਮਲਾ ਹੋਇਆ, ਔਰ ਉੱਥੇ ਮੈਂ ਇਹ ਇਕੱਲੀ ਕਿਸਾਨੀ 'ਤੇ ਗੱਲ ਨਹੀਂ ਰੁਕਦੀ, ਇਹ ਪੂਰੇ ਦੇਸ਼ ਨੂੰ ਕੰਟਰੋਲ ਕਰਨ ਦਾ ਇਹ ਲੋਕਾਂ ਦਾ ਇੱਕ ਮਨਸੂਬੇ ਨੇ, ਇੱਕ ਉਹਨਾਂ ਦੀ ਕੋਸ਼ਿਸ਼ ਹੈ। ਕਿਉਂਕਿ ਅੱਜ ਜੇ ਅਸੀਂ ਇਹਨਾਂ ਬਿੱਲਾਂ ਦੀ ਗੱਲ ਕਰਦੇ ਹਾਂ, ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ, ਇਹ ਕਾਨੂੰਨ ਕਿਤੇ ਐਵੇਂ ਨਹੀਂ ਆਏ। ਇਹ ਕਾਨੂੰਨ ਜਦੋਂ ਬਣਾਏ ਗਏ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਨਾਲ ਬਣਾਏ ਗਏ ਨੇ, ਔਰ ਪਿਛਲੇ ਲੰਮੇ ਸਮੇਂ ਤੋਂ ਠੀਕ ਕਹਿ ਕੇ ਗਏ ਨੇ ਸਿੰਘ ਸਾਹਿਬ ਵੀ ਜਿਹੜੀ ਇਹ ਚਾਲ ਹੈ 1925 'ਚ ਜਨਮ ਹੋਇਆ ਇਹਦਾ, ਔਰ 1925 ਤੋਂ ਲੈ ਕੇ ਅੱਜ 95 ਸਾਲ ਹੋ ਗਏ। 95 ਸਾਲ ਦੇ ਇਸ ਗੱਲ ਨੂੰ ਲੈ ਕੇ ਤੁਰੇ ਹੋਏ RSS ਦੇ ਆਗੂ ਅੱਜ ਉਹਨਾਂ ਨੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਲੈ ਲਈ। ਔਰ ਇਸ ਤੋਂ ਅਗਲਾ ਟੀਚਾ ਕੀ ਹੈ? ਕਿਉਂਕਿ ਜਦੋਂ ਕਿਸਾਨ ਦੀ ਜ਼ਰੂਰਤ ਸੀ, ਜਦੋਂ ਦੇਸ਼ ਭੁੱਖਾ ਮਰਦਾ ਸੀ, ਉਸ ਸਮੇਂ ਕਿਸਾਨ ਦੀ ਜਿਹੜੀ ਫੋਟੋ ਆ ਉਹ ਨੋਟਾਂ ਤੇ ਵੀ ਲੱਗਦੀ ਸੀ। ਉਸ ਸਮੇਂ ਕਿਸਾਨ ਦੀ ਜਿਹੜੀ ਟਰੈਕਟਰ ਦੀ ਫੋਟੋ ਉਹ ਵੀ ਨੋਟਾਂ ਤੇ ਲੱਗਦੀ ਸੀ। ਔਰ ਉਸ ਸਮੇਂ ਕਿਸਾਨ ਨੂੰ ਇਹ ਵੀ ਕਿਹਾ ਜਾਂਦਾ ਸੀ ਵੀ ਇਹ ਸਾਡੇ ਦੇਸ਼ ਦਾ ਅੰਨਦਾਤਾ ਹੈ। ਔਰ ਹਰ ਤਰ੍ਹਾਂ ਕਿਸਾਨ ਨੂੰ ਸ਼ਾਬਾਸ਼ ਦੇ ਕੇ ਦੇਸ਼ ਦੇ ਅਨਾਜ ਜਿਹੜਾ ਭੰਡਾਰ ਆ ਉਹ ਭਰਾਇਆ। ਪਰ ਹੋਇਆ ਕੀ, ਇਹ ਜਿਹੜੇ ਨੀਤੀ ਘੜ ਲੋਕ ਨੇ ਇਹਨਾਂ ਨੇ ਭੇਜਦੇ ਅਸੀਂ ਸਾਰੇ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ, ਪਰ ਉੱਥੇ ਹੁੰਦਾ ਕੀ ਆ ਜਾ ਕੇ ਹਰ ਇੱਕ ਬੰਦਾ ਆਪਣਾ ਢਿੱਡ ਭਰਦਾ,
ਆਪਣੇ ਪਰਿਵਾਰ ਨੂੰ ਪਾਲਦਾ ਔਰ ਅਗਲੇ ਭਵਿੱਖ ਵਾਸਤੇ ਸਾਨੂੰ ਨੇਰੇ ਸਿੱਟ ਗਈ। ਕਿਉਂਕਿ ਜਿਹੜਾ ਇਹਦਾ ਜਨਮ ਹੋਇਆ, ਦੇਖੋ ਸਾਰੇ ਪੱਖਾਂ ਤੋਂ ਤੁਸੀਂ ਮੈਂ ਸੁਣਦਾ ਗੱਲਾਂ ਕੀਤੀਆਂ ਨੇ, ਇਹ ਬਿੱਲਾਂ ਦਾ ਜਨਮ ਕਿਉਂ ਹੋਇਆ? ਇਹਦੇ ਪਿੱਛੇ ਵੀ 2-3 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਵੀ ਜਿਹੜੇ ਇਹ ਕਾਨੂੰਨ ਬਣਾਏ ਗਏ ਨੇ, ਇਹ ਕਾਨੂੰਨ ਕਿਸੇ ਇੱਕ ਧਿਰ ਨੂੰ, ਇੱਕ ਕਈ ਕੋਆਪਰੇਟਿਵ ਘਰਾਣੇ ਨੇ ਜਿਹੜੇ ਇਹਨਾਂ ਨੂੰ ਫੰਡਿੰਗ ਕਰਦੇ ਨੇ, ਉਹਨਾਂ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਕਾਨੂੰਨ ਬਣਾਏ ਗਏ ਨੇ। ਦੂਜਾ ਇਹਨਾਂ ਇੱਕ ਹੋਰ ਫਾਇਦਾ ਹੈ, ਇਹਨਾਂ ਲੋਕਾਂ ਨੂੰ ਦੂਜਾ ਫਾਇਦਾ ਇਹ ਹੈ, ਇਹ ਚਾਹੁੰਦੇ ਨੇ ਵੀ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਰਾਜ ਹੈ ਉਹ ਸਦਾ ਲਈ ਸਾਡਾ ਰਹੇ, ਕਿਉਂਕਿ ਕੈਪਚਰ ਕਰਨਾ ਚਾਹੁੰਦੇ ਨੇ ਸਾਰਾ ਕੁਝ। ਅੱਜ ਤੁਸੀਂ ਦੇਖ ਲਓ, ਚਾਹੇ ਪੈਰ ਦੀ ਜੁੱਤੀ ਤੋਂ ਲੈ ਕੇ ਅੱਜ ਚਾਹੇ ਟੀ-ਸ਼ਰਟ ਹੈ, ਚਾਹੇ ਕੋਈ ਪੈਂਟ ਹੈ, ਚਾਹੇ ਕੋਈ ਗੱਡੀ ਹੈ, ਚਾਹੇ ਕੋਈ ਰੋਡ ਨੇ, ਚਾਹੇ ਕੋਈ 에ਅਰਪੋਰਟ ਹੈ, ਇੱਥੋਂ ਤੱਕ ਕਿ ਡਿਫੈਂਸ ਵੀ ਇਹ ਅੱਜ ਰਿਲਾਇੰਸ ਦੇ ਅਧੀਨ ਕਰਤਾ। ਇਹ ਇਸ ਤਰੀਕੇ ਨਾਲ ਸਾਰਾ ਕੁਝ, ਸਾਰੀ ਮਾਰਕੀਟਿੰਗ ਆਪਣੇ ਕਾਬੂ ਦੇ ਵਿੱਚ ਲੋਕ ਕਰਨੀ ਚਾਹੁੰਦੇ ਨੇ। ਆਉਣ ਵਾਲੇ ਸਮੇਂ ਜਿਹੜੇ ਵੀਰ ਸਾਡੇ ਨਾਲ ਅਜੇ ਤੁਰੇ ਨਹੀਂ, ਮੈਂ ਹੁਣ ਇਹ ਜਾਣਕਾਰੀ ਦੇਣੀ ਚਾਹੁੰਦਾ ਵੀ ਜਿਹੜੇ ਦੁਕਾਨਦਾਰ, ਕੋਈ ਦੁਕਾਨਦਾਰ ਨਹੀਂ ਰਹਿਣਾ ਉਰੇ। ਤੁਹਾਨੂੰ ਦੱਸਦਾ ਮੈਂ ਪਿਛਲੀ ਗੱਲ, ਇਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡਾਟਾ ਇਕੱਠਾ ਹੋ ਰਿਹਾ, ਉਹਨਾਂ ਨੇ ਇੱਕ ਐਸੀਆਂ ਕੰਪਨੀਆਂ ਬਣਾਤੀਆਂ ਵੀ ਤੁਸੀਂ ਇੱਕ ਡਾਟਾ ਇਕੱਠਾ ਕਰੋ, ਜਿਹੜੀ ਚੀਜ਼ ਵਿਕੂਗੀ ਤੁਹਾਨੂੰ ਉਹਦੇ ਵਿੱਚੋਂ ਇੰਨਾ ਅਸੀਂ ਮਾਰਜਨ ਦੇਵਾਂਗੇ। ਉਹ ਇੱਕ ਸਾਰੇ ਹਿੰਦੁਸਤਾਨ ਦਾ ਡਾਟਾ ਜਿਹੜਾ ਇਕੱਠਾ ਕਰਕੇ ਸਾਰੀ ਮਾਰਕੀਟਿੰਗ ਆਨਲਾਈਨ ਹੋਣੀ ਹੈ। ਕੋਈ ਦੁਕਾਨ ਨਹੀਂ ਰਹਿਣੀ, ਘਰ ਸਮਾਨ ਪਹੁੰਚਣਾ, ਸਾਰੀ ਦੁਕਾਨਦਾਰ ਬੇਰੁਜ਼ਗਾਰ ਹੋ ਜਾਣੇ ਨੇ। ਸੋ ਇਸ ਕਰਕੇ ਇਹ ਜਿਹੜੀਆਂ ਬੜੀ ਸਾਜ਼ਿਸ਼ ਹੈ, ਕਿਉਂਕਿ ਜੇ ਇਹ ਬਿੱਲ ਜਿਹੜੇ ਬਣੇ ਨੇ, ਜਿਹੜੇ ਕਾਨੂੰਨ ਬਣੇ ਨੇ, ਇਹ ਕਾਨੂੰਨ ਪਤਾ ਸੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਗੱਲ ਕਰਕੇ, ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਲੋੜ ਸੀ ਕਿਸਾਨ ਤੋਂ ਉਤਪਾਦਨ ਕਰਾਇਆ, ਕਿਸਾਨਾਂ ਨੇ ਕਰਿਆ, ਭੰਡਾਰ ਭਰੇ, ਪਰ ਇਹਨਾਂ ਲੋਕਾਂ ਤੋਂ ਜਦੋਂ ਹੁਣ ਇਹ ਅੱਜ ਦੀ ਸਥਿਤੀ ਹੈ, ਅੱਜ ਦੀ ਸਥਿਤੀ ਇਹ ਹੈ ਵੀ ਅਨਾਜ ਇਹ ਬਾਫਰ ਹੋ ਗਿਆ। ਅੱਜ ਜੀਰੀ, ਕਣਕ, ਇਹ ਅਨਾਜ ਇਹਨਾਂ ਦੇ ਬਸ ਤੋਂ ਬਾਹਰ ਹੋ ਗਿਆ। ਫਿਰ ਇਹਨਾਂ ਨੇ ਗੱਲ ਸੋਚੀ ਵੀ ਹੁਣ ਇਹ ਕੀ ਕਰੀਏ, ਕਿਉਂਕਿ ਦੇਖੋ ਹੁਣ ਤੁਹਾਨੂੰ ਲੋੜ 10 ਕੁਇੰਟਲ ਦੀ ਹੈ, ਤੁਹਾਡੇ ਕੋਲ ਹੋ ਜਾਵੇ 100 ਕੁਇੰਟਲ, 1 ਸਾਲ ਸਾਂਭ ਲਓਗੇ, 2 ਸਾਲ ਸਾਂਭ ਲਓਗੇ, 4 ਸਾਲ ਸਾਂਭ ਲਓਗੇ, 5 ਸਾਲ ਸਾਂਭ ਲਓਗੇ। ਫਿਰ ਇਹਦਾ ਹੱਲ ਕੀ ਹੈ? ਇਹਨਾਂ ਨੇ ਇੱਕ ਤੀਰ ਨਾਲ 2 ਨਿਸ਼ਾਨੇ ਮਾਰੇ ਨੇ। ਇੱਕ ਤਾਂ ਦੇਖੋ ਸਾਨੂੰ ਮਾਰ ਦੇਣਾ, ਜਿੰਨੀ ਦੁਨੀਆ, ਸਾਰੀ ਦੁਨੀਆ ਨੂੰ ਥੱਲੇ ਸਿੱਟ ਦੇਣਾ ਜ਼ਮੀਨ ਤੇ ਲਿਆ ਕੇ। ਦੂਜਾ ਇਹਨਾਂ ਨੇ ਇਹ ਚੀਜ਼ ਨੂੰ ਕੈਪਚਰ ਕਰ ਲੈਣਾ ਔਰ ਇਹਦੇ ਨਾਲ ਜਿਹੜਾ ਉਤਪਾਦਨ ਹੈ ਸਾਰਾ ਆਪਣੇ ਹੱਥ 'ਚ ਲੈ ਲੈਣਾ, ਸਾਨੂੰ ਮਾਰ ਦੇਣਾ। ਪਹਿਲੀ ਇਹ ਜਿਹੜੀ ਬਹੁਤ ਵੱਡੀ ਡੂੰਘੀ ਸਾਜ਼ਿਸ਼ ਦੇ ਅਧੀਨ ਜਿਹੜੀ ਸਾਡੀ ਕਿਸਾਨੀ ਆ, ਸਾਡੇ ਲੋਕਾਂ ਨੂੰ ਇਹਨਾਂ ਲੋਕਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਜੇ ਸਾਡੇ ਨੀਤੀਗੜ੍ਹ ਚੰਗੇ ਹੁੰਦੇ, ਜਦ ਇਹਨਾਂ ਨੂੰ ਪਤਾ ਸੀਗਾ ਵੀ 20 ਸਾਲ ਤੱਕ ਇਹ ਪੋਜੀਸ਼ਨ ਹੋਣੀ ਹੈ, 10 ਸਾਲ ਤੱਕ ਇਹ ਪੋਜੀਸ਼ਨ ਹੋਣੀ ਹੈ, ਇਹ ਚੰਗੀਆਂ ਪਾਲਿਸੀਆਂ ਵੀ ਬਣਾ ਸਕਦੇ ਸੀ। ਇਹ ਦੇਖ ਸਕਦੇ ਸੀ ਵੀ ਇੱਥੇ ਲੋੜ ਹੈ, ਇੱਥੇ ਅੱਜ ਕਣਕ ਝੋਨਾ ਸਾਡੇ ਕੋਲ ਜ਼ਿਆਦਾ ਹੋ ਗਿਆ, ਅੱਜ ਅਸੀਂ ਹੋਰ ਫਸਲਾਂ ਪੈਦਾ ਕਰਨ ਲੱਗੀਏ, ਅੱਜ ਅਸੀਂ ਦੇਸ਼ ਦੇ ਜ਼ੋਨ ਬਣਾ ਦਈਏ ਵੀ ਦੇਸ਼ ਦੇ ਵਿੱਚ ਇੱਥੇ ਫਲਾਣੀ ਜਗ੍ਹਾ ਨਹੀਂ ਪਾਣੀ ਡੂੰਘਾ, ਇੱਥੇ ਆਹ ਫਸਲ ਪੈਦਾ ਕਰੋ, ਇੱਥੇ ਇੰਨੀ ਸਟੇਟ ਦੇ ਵਿੱਚ ਆਹ ਹੋਊ, ਕੇਰਲਾ ਦੇ ਵਿੱਚ ਕੇਲਾ ਹੋਊਗਾ, ਅਨਾਰ ਹੋਊਗਾ, ਪੰਜਾਬ ਦੇ ਵਿੱਚ ਆਹ ਫਸਲਾਂ ਹੋਣਗੀਆਂ। ਪਰ ਨਹੀਂ, ਇਹ ਨੀਤੀ ਕਿਸੇ ਨੇ ਨਹੀਂ ਬਣਾਈ। ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ, ਉਹ ਨੁਮਾਇੰਦੇ ਕੋਈ ਬੰਦਾ ਖੇਤੀ ਨਹੀਂ ਕਰਦਾ। ਸਿਰਫ ਉਹਨਾਂ ਦੇ ਵਿੱਚੋਂ 80%, 10% ਜਾਂ 15%, 80-85% ਲੋਕ ਖੇਤੀਓ ਨਹੀਂ ਕਰਦੇ। ਔਰ ਉਹਨਾਂ ਦਾ ਹੀ ਕਬਜ਼ਾ ਪੱਕਾ ਹੀ, ਪਹਿਲਾਂ ਬਾਪ ਬਣ ਗਿਆ, ਫਿਰ ਪੁੱਤ ਬਣ ਗਿਆ, ਗਾਹਾਂ ਪੋਤੇ ਦੀ ਤਿਆਰੀ ਆ। ਕੋਈ ਆਮ ਬੰਦਾ, ਮੈਂ ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਮੇਰੇ ਵਰਗਾ ਬੰਦਾ, ਮੈਂ ਪ੍ਰਮਾਤਮਾ ਦੀ ਮੇਰੇ ਤੇ ਕਿਰਪਾ ਹੋ ਗਈ, ਮੈਂ ਇੱਥੇ ਤੱਕ ਪਹੁੰਚ ਗਿਆ। ਨਹੀਂ, ਕਿਸੇ ਬੰਦੇ ਦੀ ਜ਼ਰੂਰਤ ਨਹੀਂ ਵੀ ਤੁਸੀਂ ਆਮ ਬੰਦਾ ਉੱਠ ਕੇ ਪੋਲੀਟੀਕਲ ਲਾਈਨ 'ਚ ਉੱਥੇ ਤੱਕ ਪਹੁੰਚ ਜਾਓ, ਨਹੀਂ ਪਹੁੰਚ ਸਕਦੇ। ਕਿਉਂਕਿ ਇਹਨਾਂ ਦਾ ਇੱਕ ਬਹੁਤ ਬੜਾ ਜਾਲ ਹੈ। ਇਹ ਸਾਰੇ ਲੋਕ ਇੱਕ ਨੇ, ਇਹ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ, ਉੱਪਰ ਜਾ ਕੇ ਸਾਰੇ ਇੱਕ ਨੇ, ਇੱਕ ਦੂਏ ਦੀਆਂ ਸਹਿਮਤੀਆਂ ਨਾਲ ਸਾਰੇ ਕੰਮ ਹੁੰਦੇ ਨੇ। ਇਹ ਜਿਹੜੇ ਕਾਨੂੰਨ ਬਣੇ ਨੇ, ਤੁਸੀਂ ਯਾਦ ਰੱਖਿਓ ਗੱਲ ਮੈਂ ਅੱਜ ਤੁਹਾਨੂੰ ਕਹਿ ਕੇ ਚੱਲਿਆ, ਅਸੀਂ ਇਹ ਕਾਨੂੰਨ ਦੇ ਬਿਲਕੁਲ ਵਿਰੋਧ 'ਚ ਹਾਂ, ਇਹਨੂੰ ਅਸੀਂ ਲਾਗੂ ਹੋਣ ਨਹੀਂ ਦੇਣਾ। ਪਰ ਜੇ ਅੱਜ ਜਿਵੇਂ ਇਹਨਾਂ ਨੇ ਕਾਨੂੰਨ ਬਣਾਇਆ, ਇਹ ਬਹੁਤ ਲੋਕ ਆਪਣੇ ਅੰਦਰ ਮਨਸੂਬੇ ਪਾਲ ਰਹੇ ਨੇ। ਅੱਜ ਜੇ ਪੰਜਾਬ ਦੇ ਵਿੱਚ ਗਿਣਤੀ ਦੇ ਲੋਕ ਨੇ 60-70, ਹਿੰਦੁਸਤਾਨ ਦੇ ਵਿੱਚ ਨੇ 1000-1500, ਇਹ ਬੰਦਿਆਂ ਦੀ ਜਿਹੜੀ ਸਟੇਟ ਦੇ ਵਿੱਚ ਇਹ ਕਾਨੂੰਨ ਲਾਗੂ ਹੋਣਾ, ਇਹਨਾਂ ਲੋਕਾਂ ਦੇ ਸ਼ੇਅਰ ਹੋਣਗੇ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੈ। ਜਿਹਦੇ ਕੋਲ ਪੈਸੇ ਨੇ, ਇਹਨਾਂ ਦੇ 25%, 20%,
10% ਇਹਨਾਂ ਦੀ ਹਿੱਸੇ ਪੱਤੀ ਹੋਣੀ ਆ ਸਾਰਿਆਂ ਦੀ, ਜਿਹੜੀ ਮਰਜ਼ੀ ਪਾਰਟੀ ਦਾ। ਇਸ ਕਰਕੇ ਵੀਰੋ ਇਹਨਾਂ ਤੇ ਇਤਬਾਰ ਕਰਨ ਦੀ ਲੋੜ ਨਹੀਂ ਕਿਸੇ ਤੇ। ਅੱਜ ਬੜੇ ਤੌਰ ਤਰੀਕੇ ਨਾਲ, ਬੜੀ ਸੋਚੀ ਸਮਝੀ ਸਾਜ਼ਿਸ਼ ਨਾਲ ਸਾਨੂੰ ਇਹ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਕਹਿੰਦਾ ਪਹਿਲੀ ਗੱਲ ਤਾਂ ਇਹ ਆ ਵੀ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪੈਣਾ। ਅਸੀਂ ਜਾਗਰੂਕਤਾ ਦੇ ਨਾ ਹੋਣ ਕਰਕੇ ਅੱਜ ਅਸੀਂ ਇਹ ਸਟੇਜ ਤੇ ਬੈਠੇ ਹਾਂ, ਨਹੀਂ ਇਹ ਹਾਲਾਤ ਹੋਣੇ ਨਹੀਂ ਸੀਗੇ। ਅਸੀਂ ਹਰ ਇੱਕ, ਜੇ ਕੋਈ ਆ ਕੇ ਨਾਅਰਾ ਦਿੰਦਾ, ਕਦੇ ਹਰੇ ਕ੍ਰਾਂਤੀ ਦਾ ਦੇਤਾ, ਕਦੇ ਚਿੱਟੀ ਕ੍ਰਾਂਤੀ ਦਾ ਦੇਤਾ, ਕਦੇ ਗਰੀਬੀ ਹਟਾਓ ਦਾ ਦੇਤਾ, ਅਸੀਂ ਮੰਨੀ ਗਏ, ਹੁਣ ਤੱਕ ਮੰਨ ਕੇ ਵੋਟਾਂ ਪਾਈ ਗਏ, ਪਰ ਰਿਜ਼ਲਟ ਕੀ ਨਿਕਲਿਆ? ਭਾਵੇਂ ਕੋਈ ਬੰਦਾ, ਹਰ ਇੱਕ ਬੰਦਾ, ਆਪਾਂ ਕਈ ਵਾਰ ਵਿਰੋਧ ਵੀ ਕਰਦੇ ਹਾਂ ਵੀ ਸਿਆਸੀ ਨਹੀਂ ਹੋਣੀ ਚਾਹੀਦੀ। ਦੇਖੋ ਸਾਰੇ ਬੰਦੇ ਸਿਆਸੀ ਨੇ, ਕਿਸੇ ਨਾ ਕਿਸੇ ਪਾਰਟੀ ਨੂੰ ਕਿਸੇ ਨੇ ਵੋਟ ਪਾਈ ਹੈ, ਪਰ ਗੱਲ ਇਹ ਹੈ ਵੀ ਸਿਆਸੀ ਪਣੇ ਦੇ ਵਿੱਚੋਂ ਚੰਗੇ ਲੋਕ ਉੱਭਰ ਕੇ ਕਦ ਆਉਣਗੇ। ਠੀਕ ਕਿਹਾ ਜੋਗਾ ਸਿੰਘ ਜੀ ਨੇ, ਜਿਹੜੇ ਮਾਸਟਰ ਤਾਰਾ ਸਿੰਘ ਜੀ ਵਰਗੇ ਅੱਜ ਇੱਥੇ ਲੀਡਰ ਨਹੀਂ ਰਹੇ, ਉਹ ਤਾਂ ਖਤਮ ਹੋ ਗਿਆ ਸਿਸਟਮ। ਅੱਜ ਤਾਂ ਉਹਨਾਂ ਨੂੰ ਇਹ ਗੱਲ ਦਾ ਪਤਾ, ਉਹਨਾਂ ਨੇ ਇੱਕ ਬਿਜ਼ਨਸ ਬਣਾ ਲਿਆ ਵੀ ਜਿਹੜਾ ਬੰਦਾ ਪੈਸੇ ਖਰਚੂਗਾ, ਜਿਹੜਾ ਬੰਦਾ ਝੂਠ ਬੋਲੂਗਾ ਰੱਜ ਕੇ, ਉਹ ਬੰਦਾ ਜਿੱਤੂਗਾ। ਬਸ ਇਹੀ ਗੱਲ ਹੈ। ਅਸੀਂ ਉਹ ਗੱਲ ਤੇ ਵਿਸ਼ਵਾਸ ਕਰ ਰਹੇ ਹਾਂ। ਅਸੀਂ ਕਿਉਂ ਨਹੀਂ ਜਾਗਰੂਕ ਹੁੰਦੇ? ਅਸੀਂ ਆਪਣੇ ਅਧਿਕਾਰਾਂ ਨੂੰ ਆਪੇ ਲੁਟਾਈ ਬੈਠੇ ਹਾਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਪਿੰਡ ਦਾ ਸਰਪੰਚ ਵੀ ਰਿਹਾ ਅੱਜ ਤੋਂ 20 ਸਾਲ ਪਹਿਲਾਂ, 20 ਸਾਲ ਦੀ 21 ਸਾਲ ਦੀ ਉਮਰ 'ਚ ਬਣਿਆ। ਕਿੰਨੇ ਸਰਪੰਚ ਜਾਗਰੂਕ ਨੇ? ਜਿੰਨੇ ਸਰਪੰਚ ਬਣੇ ਹੋਏ ਨੇ 12,500 ਸਰਪੰਚ ਹੈ, ਉਹਨਾਂ ਦੇ ਵਿੱਚੋਂ 5 ਸਰਪੰਚਾਂ ਨੂੰ ਕਾਨੂੰਨ ਦਾ ਪਤਾ ਹੋਣਾ, ਨਹੀਂ ਬਾਕੀ ਸਰਪੰਚਾਂ ਨੂੰ ਇਹ ਨਹੀਂ ਪਤਾ ਵੀ ਕਿਹੜਾ ਸਾਡਾ ਅਧਿਕਾਰ ਆ, ਅਸੀਂ ਕਿੱਥੇ ਵਰਤੋਂ ਕਰਨੀ ਹੈ। ਐਡੀ ਬੜੀ ਪਾਵਰ ਆ ਪੰਚਾਇਤ ਕੋਲ, ਪ੍ਰਧਾਨ ਮੰਤਰੀ ਵੀ ਆ ਕੇ ਪਿੰਡ 'ਚ ਇੰਟਰਫੇਰੈਂਸ ਨਹੀਂ ਕਰਦਾ ਜੇ ਪੰਚਾਇਤ ਦਾ ਕੋਰਮ ਪੂਰਾ ਔਰ ਉਹ ਸਰਪੰਚ ਨੂੰ ਗਿਆਨ ਹੈ। ਦੱਸੋ ਕਿਹੜਾ ਵਰਤਦਾ? ਕੋਈ ਨਹੀਂ ਵਰਤਦਾ। ਨਾ ਕਿਸੇ ਬਲਾਕ ਸੰਮਤੀ ਵਾਲੇ ਚੇਅਰਮੈਨ ਨੂੰ, ਨਾ ਮੈਂਬਰਾਂ ਨੂੰ ਆਪਣਾ ਅਧਿਕਾਰ ਦਾ ਪਤਾ, ਨਾ ਕਿਸੇ ਨੂੰ ਜ਼ਿਲ੍ਹਾ ਪਰਿਸ਼ਦ ਵਾਲੇ ਨੂੰ ਪਤਾ। ਇਹ ਤਾਂ ਬਾਅਦ 'ਚ ਨੇ। ਇਹ ਕੋਈ ਐਮਐਲਏ ਸਾਡੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਜੇ ਕੋਈ ਐਮਪੀ ਸਾਡੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਇਹ ਜਿਹੜੇ ਤੁਸੀਂ ਐਮਪੀ ਚੁਣ ਕੇ ਭੇਜਦੇ ਹੋ ਨਾ, ਇਹ ਪਾਰਲੀਮੈਂਟ ਵਾਸਤੇ ਨੇ। ਇਹ ਇੱਥੇ ਜਿਹੜੇ ਟਰੈਕਟਰ ਕਮਾਉਂਦੇ ਫਿਰਦੇ ਨੇ ਨਾ, ਚਾਹੇ ਜਿਹੜੀ ਮਰਜ਼ੀ ਪਾਰਟੀ ਦਾ, ਜੇ ਇਹਨਾਂ ਨੂੰ ਸਾਡੇ ਨਾਲ ਹਿੱਤ ਹੈ ਨਾ, ਸਾਡੇ ਨਾਲ, ਤਾਂ 13 ਦੇ 13 ਜਾ ਕੇ ਉੱਥੇ ਪਾਰਲੀਮੈਂਟ ਦੇ ਮੂਹਰੇ ਕਦੇ ਨਹੀਂ ਬੈਠਦੇ। ਇੱਥੇ ਸਾਡਾ ਮੂਰਖ ਬਣਾ ਰਹੇ ਨੇ। ਆਹ ਜਿਹੜਾ 117 ਫਿਰਦਾ, 117 ਦੇ 17 ਦਾ ਫਰਜ਼ ਕੀ ਹੈ? ਇਹਨਾਂ ਨੇ ਜਾ ਕੇ ਵਿਧਾਨ ਸਭਾ 'ਚ ਕਾਨੂੰਨ ਬਣਾਉਣਾ। ਇੱਥੇ ਦੀਆਂ ਮਜਬੂਰੀਆਂ ਜਿਹੜੀਆਂ ਦੱਸਣੀਆਂ ਨੇ, ਪਰ ਹੋ ਕੀ ਰਿਹਾ? ਇੱਥੇ ਰੀਬਨ ਕੱਟਦੇ ਫਿਰਦੇ ਨੇ ਇੰਟਰਲੌਕ ਟਾਈਲਾਂ ਦੀ ਗਲੀਆਂ ਦੇ, ਕਦੇ ਕਿਸੇ ਗਲੀ ਦਾ ਕੱਟਦੇ ਫਿਰਦੇ ਨੇ। ਇਹ ਸਾਨੂੰ ਸਾਰਾ ਕੁਝ ਗੁੰਮਰਾਹ ਕਰ ਰਹੇ ਨੇ। ਪਰ ਵੀਰੋ ਅਧਿਕਾਰ ਤੁਹਾਡੇ ਕੋਲ ਹੈ, ਤੁਸੀਂ ਆਪਣਾ ਅਧਿਕਾਰ ਵਰਤੋ। ਅੱਜ ਤੁਸੀਂ ਰੌਲਾ ਪਾਈ ਜਾਂਦੇ ਅਸੀਂ, ਉਹ ਜੀ ਨਸ਼ੇ ਨਾ ਮਾਰਤੇ ਜੀ, ਓਏ ਉਹ ਸ਼ਰਾਬ ਨੇ ਮਾਰਤੇ ਹੋਈ। ਮੈਂ ਕਹਿੰਦਾ ਸਾਰੇ ਕਸੂਰ ਪੰਜਾਬ ਦੇ ਲੋਕਾਂ ਦਾ। ਮੈਂ ਅੱਜ ਤੋਂ 20 ਦਿਨ ਪਹਿਲਾਂ, ਡੇਢ ਮਹੀਨਾ ਪਹਿਲਾਂ ਇੱਕ ਵੀਡੀਓ ਪਾਈ ਆ। ਮੈਂ ਕਿਹਾ ਵੀ ਤੁਸੀਂ ਵੀਰੋ ਪੰਜਾਬ ਦੇ ਲੋਕੋ ਜਾਗਰੂਕ ਹੋ ਜਾਓ। ਪੰਜਾਬ ਦੇ ਵਿੱਚ ਇੱਕ ਵੀ ਸ਼ਰਾਬ ਦਾ ਠੇਕਾ ਗ੍ਰਾਮ ਪੰਚਾਇਤ ਤੋਂ ਬਿਨਾਂ ਨਹੀਂ ਖੁੱਲ੍ਹ ਸਕਦਾ। ਔਰ ਜਿਹੜੀ ਪੰਚਾਇਤ ਨੇ ਸ਼ਰਾਬ ਦਾ ਠੇਕਾ ਬੰਦ ਕਰਾਉਣਾ, ਉਹ ਮੇਰੇ ਨਾਲ ਆ ਕੇ ਸੰਪਰਕ ਕਰ ਲਿਓ। ਆ ਤੁਸੀਂ 20 ਦਿਨ ਦੇ ਵਿੱਚ ਮਤਾ ਪਾ ਕੇ ਦੇ ਦਿਓ, ਆਉਣ ਵਾਲੇ ਸਮੇਂ ਦੇ ਵਿੱਚ ਠੇਕਾ ਨਹੀਂ ਖੁੱਲੂਗਾ। ਜੇ ਠੇਕਾ ਖੁੱਲੂਗਾ ਤਾਂ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਾ ਸਕਦੇ ਹੋ ਜਾ ਕੇ ਤੁਸੀਂ, ਬਿਲਕੁਲ ਉਸੇ ਟਾਈਮ ਬੰਦ ਕਰਨਾ ਪਊਗਾ। ਪਰ ਕਰੀਏ ਕੀ? ਤੁਸੀਂ ਜਾਗਰੂਕ ਨਹੀਂ ਹੁੰਦੇ। ਅੱਜ ਹਾਲਾਤ ਹੋਏ ਨੇ। ਮੈਂ ਤੁਹਾਨੂੰ ਆਪਣੇ ਹਲਕੇ ਦੀਆਂ ਗੱਲਾਂ ਦੱਸਦਾ। ਅੱਜ ਪੰਚਾਇਤ ਨੂੰ ਜੇ ਕੋਈ ਗ੍ਰਾਂਟ ਵੀ ਆਉਂਦੀ ਹੈ ਨਾ, ਪਹਿਲੀ ਗੱਲ ਤਾਂ ਗ੍ਰਾਂਟ ਆਈ ਨਹੀਂ। ਜੇ ਆਈ ਹੈ ਤੇ ਸੈਂਟਰ ਗਵਰਨਮੈਂਟ ਤੋਂ 14ਵਾਂ ਵਿੱਤ ਕਮਿਸ਼ਨ, 15ਵਾਂ ਵਿੱਤ ਕਮਿਸ਼ਨ ਹੁਣ ਆ ਰਿਹਾ। ਪਹਿਲੀ ਗੱਲ ਤਾਂ ਇਹ ਆਪਣੇ ਸਟੇਟ ਹੈੱਡ ਤੇ ਰੱਖਦੇ ਨੇ, ਉਹਨੂੰ ਪੈਸੇ ਨੂੰ ਹੋਰ ਪਾਸੇ ਵਰਤਦੇ ਨੇ ਇਹ ਸਟੇਟ ਗਵਰਨਮੈਂਟਾਂ। ਫਿਰ ਕੀ ਕਰਦੇ ਨੇ? ਫਿਰ ਆਪਣੀ ਮਨਮਰਜ਼ੀ ਨਾਲ ਉਹਨੂੰ ਪਾਉਂਦੇ ਨੇ ਪੰਚਾਇਤਾਂ ਨੂੰ। ਪੂਰੇ ਇੰਡੀਆ ਦੇ ਵਿੱਚੋਂ ਜਦੋਂ ਮੈਂ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਸੀ, ਇਹ ਪਿਰਤ ਮੈਂ ਪਾਈਆ, ਮੈਨੂੰ ਨੈਸ਼ਨਲ ਅਵਾਰਡ ਮਿਲਿਆ ਵੀ ਮੈਂ ਸਿੱਧੇ ਤੌਰ ਤੇ ਪੰਚਾਇਤ ਦੇ ਖਾਤਿਆਂ 'ਚ ਜਿਹੜੇ ਪੈਸੇ ਪਾਏ, ਇਹ ਵਿੱਚੋਂ ਸਾਰੇ ਕੱਢਤੇ ਮੈਂ। ਇੰਨਾ ਅਧਿਕਾਰ ਆ ਜ਼ਿਲ੍ਹਾ ਪਰਿਸ਼ਦ ਕੋਲ। ਸਾਰੀ ਜਿਹੜੀ ਦੇਖੋ, ਜਿਹੜੀਆਂ ਸਾਡੀਆਂ ਇਹ ਬੋਡੀਆਂ ਬਣੀਆਂ ਹੋਈਆਂ ਨੇ, ਇਹ ਐਵੇਂ ਨਹੀਂ ਬਣੀਆਂ। ਪਹਿਲੀ ਬੋਡੀ ਹੈ ਸਾਡੀ ਗ੍ਰਾਮ ਪੰਚਾਇਤ। ਗ੍ਰਾਮ ਪੰਚਾਇਤ ਕੋ ਟੋਟਲ 1994 ਐਕਟ ਦੀ ਕਿਤਾਬ ਲੈ ਲਿਓ, ਟੋਟਲ ਸਾਰਾ ਕੁਝ ਤੁਹਾਡੇ ਕੋਲ, ਧਰਤੀ ਤੋਂ ਲੈ ਕੇ ਅਸਮਾਨ ਤੱਕ ਜਿਹੜੀ ਚੀਜ਼ ਪੰਚਾਇਤ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਆ, ਉਹਦਾ ਰਕਬਾ ਬਣਦਾ। ਚਾਹੇ ਕੋਈ ਵੀ ਹੋਵੇ, ਉਹਦੇ ਵਿੱਚ ਤੁਸੀਂ ਇੰਟਰਫੇਅਰੈਂਸ ਗ੍ਰਾਮ ਪੰਚਾਇਤ ਕਰ ਸਕਦੀ ਹੈ। ਉਸ ਤੋਂ ਬਾਅਦ ਅਗਲੀ ਆ ਗਈ ਬੋਡੀ ਸਾਡੇ ਕੋਲ ਬਲਾਕ ਸੰਮਤੀ, ਉਹਨੇ ਕਰਨਾ, ਬਲਾਕ ਸੰਮਤੀ ਨੇ ਕੰਮ। ਉਸ ਤੋਂ ਬਾਅਦ ਕਰਨਾ ਜ਼ਿਲ੍ਹਾ ਪਰਿਸ਼ਦ ਨੇ। ਮੈਂ ਜ਼ਿਲ੍ਹਾ ਪਰਿਸ਼ਦ ਮੈਨੂੰ ਪ੍ਰੋਬਲਮਾਂ ਆਈਆਂ ਕਿਉਂਕਿ ਇਹ ਚਾਹੁੰਦੇ ਸੀਗੇ ਇਹਨਾਂ ਨੇ। ਅੱਜ ਕੱਲ੍ਹ ਤੁਸੀਂ ਦੇਖ ਲਓ ਕਿੱਥੇ ਬਣਦਾ, ਸਾਰੇ ਲੋਕ ਡੰਮੀ ਬਣਾਏ ਹੋਏ ਨੇ, ਗੂਠਾ ਛਾਪ ਬਣਾਏ ਹੋਏ ਨੇ। ਜਿਵੇਂ ਐਮਐਲਏ ਕਹਿੰਦਾ, ਮੰਤਰੀ ਕਹਿੰਦਾ, ਔਕੜਾਂ ਚੱਲਦੇ ਨੇ। ਮੈਂ ਚਲਾਈ ਆ ਜੁਰਤ ਨਾਲ, ਪਰ ਮੈਂ ਚਲਾ ਕੇ ਇਕੱਲੇ ਮਹਿਕਮੇ ਦੇ ਵਿੱਚ ਮੈਂ ਪੂਰੀ ਆਪਣੀ ਇੰਟਰਫੇਰੈਂਸ ਕਰੀ ਔਰ ਉੱਥੇ ਦੇਖਿਆ ਵੀ ਇਹ ਕੀ ਹੋ ਰਿਹਾ, ਕਿਹੜਾ ਧੱਕਾ ਕਰ ਰਿਹਾ, ਕਿਹੜੀ ਚੋਰੀ ਕਰ ਰਿਹਾ। ਇਹ ਵੀਰੋ ਤੁਹਾਨੂੰ ਜਾਗਰੂਕ ਹੋਣਾ ਪੈਣਾ। ਜਿੰਨਾ ਚਿਰ ਤੁਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਹਨਾਂ ਚਿਰ ਤੁਹਾਡੇ ਨਾਲ ਠੱਗੀਆਂ ਵੀ ਹੋਣਗੀਆਂ, ਤੁਹਾਡਾ ਲੁੱਟ ਲਟਈਆ ਵੀ ਹੋਊਗਾ। ਇਸ ਕਰਕੇ
ਆਪਣੇ ਆਪਣੇ ਆ ਜਿਹੜੀ ਦੇਖੋ ਅੱਜ ਮੰਚ ਮਿਲਿਆ ਹੋਇਆ ਸਾਨੂੰ, ਇਸ ਮੰਚ ਤੇ ਗੱਲ ਕਰਦੇ ਆ। ਮੈਂ ਕਹਿੰਦਾ ਠੀਕ ਆ ਸਾਡੇ ਨਾਲ ਧੱਕਾ ਹੋ ਗਿਆ, ਪਰ ਸੁੱਤੀ ਪਈ ਕੌਮ ਵੀ ਜਾਗ ਪਈ। ਅੱਜ ਜੇ ਸਾਨੂੰ ਨਾ ਗੱਲਾਂ ਬਹੁਤ ਸਿੱਖਣ ਨੂੰ ਮਿਲ ਰਹੀਆਂ ਨੇ, ਸਾਨੂੰ ਵੀ ਬਹੁਤ ਗੱਲਾਂ। ਹੁਣ ਭਾਈ ਸਾਹਿਬ ਪਹਿਲਾਂ ਗੱਲ ਕਰਕੇ ਗਏ ਨੇ, ਸੰਘਰਸ਼ੀ ਦੇ ਯੋਧੇ, ਉਹਨਾਂ ਨੂੰ ਵਿਚਾਰਿਆਂ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਅੱਜ ਉਹ ਇੱਥੇ ਗੱਲ ਕਰਦੇ ਨੇ, ਸਾਰੀ ਦੁਨੀਆ ਦੇ ਵਿੱਚ ਗੱਲ ਜਾ ਰਹੀ ਹੈ। ਮੈਂ ਸਮਝਦਾ ਸਾਨੂੰ ਅੱਜ ਇਹ ਗੱਲਾਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਧੱਕੇ ਹੋਏ ਨੇ, ਜਾਂ ਇਹ ਲੋਕ ਜਿਹੜੇ ਸਾਨੂੰ ਗਮਰਾਹ ਕਰ ਰਹੇ ਨੇ, ਅੱਜ ਫਿਰਦੇ ਨੇ ਕੱਲਾ ਕੱਲਾ ਐਮਐਲਏ, ਕੋਈ ਕਹਿੰਦਾ ਜੀ ਇੱਧਰ ਨੂੰ ਤੁਰ ਪਓ, ਝੰਡੇ ਲੈ ਕੇ ਟਰੈਕਟਰ ਪਿੱਛੇ ਲਾ ਲਓ, ਕੋਈ ਇੱਧਰ ਨੂੰ ਕਹਿੰਦੇ। ਮੈਂ ਵੀ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਪਰ ਵੀਰੋ ਮੈਂ ਨਹੀਂ ਗਿਆ। ਮੈਂ ਆਪਣਾ ਕਾਲਾ ਝੰਡਾ ਲਾ ਲਿਆ, ਕਾਲਾ ਝੰਡਾ ਲਾ ਕੇ ਮੋਟਰਸਾਈਕਲ ਦੀ ਰੈਲੀ ਕੱਢੀ, ਕਾਲੇ ਝੰਡੇ ਲਾ ਕੇ ਆਪਣਾ ਮੰਗ ਪੱਤਰ ਦਿੱਤਾ, ਲਿਖ ਕੇ ਡਿਪਟੀ ਕਮਿਸ਼ਨਰ ਦੇ ਰਾਹੀਂ। ਮੈਂ ਕਿਹਾ ਵੀ ਇਹ ਸਾਡਾ ਮਸਲਾ। ਦੇਖੋ ਵਿਚਾਰਾਂ ਦੀ ਲੜਾਈ ਕਿਸੇ ਦੀ ਵੀ ਹੋ ਸਕਦੀ ਹੈ, ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੋ ਸਕਦਾ, ਪਰ ਅੱਜ ਵਿਚਾਰਾਂ ਦੀ ਲੜਾਈ ਨਹੀਂ ਹੈ। ਅੱਜ ਤਾਂ ਤੁਹਾਡਾ ਗਲਾ ਹੀ ਵੱਢ ਦੇਣਾ, ਤੁਹਾਡੀ ਹੋਂਦ ਖਤਮ ਹੋ ਜਾਣੀ ਹੈ ਜੇ ਤੁਹਾਡੇ ਪੱਲੇ ਹੀ ਕੁਛ ਨਾ ਰਿਹਾ। ਆ ਬੈਠੇ ਨੇ ਵੀਰ, ਪਹਿਲਾਂ ਬੋਲ ਕੇ ਗਏ ਨੇ ਸਾਡੇ ਮੁਸਲਿਮ ਭਰਾ। ਇਹਨਾਂ ਨਾਲ ਕੀ ਹੋਇਆ? ਇਹਨਾਂ ਦੀ ਆਬਾਦੀ 30 ਕਰੋੜ ਦੀ ਆ, ਆ 30 ਕਰੋੜ ਵਾਲੇ ਅਗਲੇ ਨੇ ਕੁਚਲ ਕੇ ਰੱਖਤੇ। ਤੁਹਾਡੀ ਆਬਾਦੀ ਕਿੰਨੀ ਹੈ? ਤੁਹਾਡੀ ਹੈਗੀ 2 ਕਰੋੜ 85 ਲੱਖ। 2 ਕਰੋੜ 85 ਲੱਖ ਦਾ ਸੌਖਾ ਹੀ ਕੰਮ ਹੈ। ਅੱਜ ਦਾ ਤੁਹਾਡੇ ਤੇ ਹਮਲਾ ਹੋਇਆ, ਤੁਹਾਡੇ ਸਾਰਾ ਕੁਝ ਕੈਪਚਰ ਕਰਨ ਦਾ। ਅਗਲਾ ਹਮਲਾ ਪਤਾ ਕੀ ਹੋਣਾ? ਅਗਲਾ ਹਮਲਾ ਹੋਣਾ ਤੁਹਾਡੇ ਧਰਮ ਤੇ, ਕਿਉਂਕਿ ਇਹ ਚਾਹੁੰਦੇ ਨਹੀਂ ਜਿਹੜੀ ਕੌਮ, ਜਿਹੜੇ ਲੋਕ ਸਿਰ ਚੱਕਦੇ ਨੇ, ਇਹਨਾਂ ਨੇ ਉਹ ਕੁਚਲਣੇ ਨੇ। ਇਹ ਤਾਂ ਇਹ ਸੋਚੀ ਬੈਠੇ ਨੇ। ਸੋ ਇਸ ਕਰਕੇ ਵੀਰੋ, ਆਪਣੇ ਅਧਿਕਾਰਾਂ ਪ੍ਰਤੀ ਪੂਰੇ ਸ਼ਾਂਤਮਈ ਤਰੀਕੇ ਨਾਲ ਇਹਨਾਂ ਲੋਕਾਂ ਨੂੰ, ਜਿਹੜੇ ਲੋਕ ਸਾਨੂੰ ਝੂਠ ਬੋਲਦੇ ਨੇ, ਜਿਹੜੇ ਲੋਕ ਸਾਨੂੰ ਗਮਰਾਹ ਕਰਦੇ ਨੇ, ਇਹਨਾਂ ਨੂੰ ਪਰਾਂ ਪੰਚਾਇਤ ਦੇ ਵਿੱਚ ਪੁੱਛੋ ਵੀ ਬਾਈ ਜੀ ਗੱਲ ਇਹ ਹੈ, ਸਾਡਾ ਰਾਈਟ ਇਹ ਹੈ, ਤੁਸੀਂ ਦੱਸੋ ਕੀ ਕਰਦੇ ਹੋ? ਜਾਂ ਤਾਂ ਸਿੱਧੇ ਹੋ ਕੇ ਆਓ ਸਾਡੇ ਨਾਲ, ਜਾਂ ਫਿਰ ਇਹ ਦੋਗਲੀ ਨੀਤੀ ਨਾ ਕਰੋ। ਔਰ ਦੂਜੀ ਗੱਲ, ਸਾਨੂੰ ਜਿਹੜੀ ਅੱਜ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਪਲੈਨਿੰਗ ਹੈ, ਸਾਡੀ ਸੋਚ ਹੈ, ਅਸੀਂ ਮੋਰਚੇ ਲਾ ਕੇ ਲੜਾਈ ਲੜ ਰਹੇ ਹਾਂ, ਬਹੁਤ ਵਧੀਆ ਗੱਲ ਹੈ, ਇਹ ਲੜਨੀ ਪੈਣੀ ਹੈ, ਇਹਦੇ ਬਿਨਾਂ ਕੋਈ ਹੱਲ ਨਹੀਂ। ਪਰ ਵੀਰੋ, ਜੇ ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਨਾ ਰਹੇ ਤਾਂ ਇਹ ਤੁਹਾਡੀ ਲੜਾਈ ਕਾਮਯਾਬ ਨਹੀਂ ਹੋਣੀ। ਕਿਉਂਕਿ ਅੱਜ ਜਿਹੜੀਆਂ ਕੰਪਨੀਆਂ ਨੇ, ਜਿਹੜੇ ਉਹ ਅਡਾਨੀ ਅਬਾਨੀ ਨੇ, ਉਹ ਸੋਚੀ ਕੀ ਬੈਠੇ ਨੇ? ਤੁਹਾਨੂੰ ਇਸ ਗੱਲ ਦਾ ਪਤਾ? ਉਹਨਾਂ ਦੀ ਸੋਚ ਕੀ ਹੈ ਵੀ ਇਹ ਕਾਨੂੰਨ ਬਣ ਗਿਆ, ਆਹ ਕਾਨੂੰਨ ਬਣ ਕੇ ਅਸੀਂ ਪੰਜਾਬ ਦੇ ਵਿੱਚ, ਹਰਿਆਣੇ 'ਚ ਅਸੀਂ ਇੱਥੇ ਆ ਕੇ ਸਿਸਟਮ ਸਾਰਾ ਕੈਪਚਰ ਕਰਨਾ। ਕੈਪਚਰ ਕਰਨਾ ਕਿਵੇਂ ਹੈ? ਉਹਨਾਂ ਨੇ ਇੱਥੇ ਆ ਕੇ ਖੇਤੀ ਕਰਨੀ ਹੈ। ਔਰ ਜੇ ਤਾਂ ਦੇਖੋ ਸਟੇਟ ਗਵਰਨਮੈਂਟ ਦਾ ਮਨ ਸਾਫ਼ ਹੋਵੇ, ਫਿਰ ਤਾਂ ਕੁਝ ਵੀ ਨਹੀਂ ਹੋ ਸਕਦਾ, ਪੱਤਾ ਨਹੀਂ ਹਿਲ ਸਕਦਾ। ਇੱਕ ਕੰਪਨੀ ਨੇ ਜੇ ਇੱਥੇ ਆਉਣਾ, ਉਹਨੂੰ 12 ਐਨਓਸੀਆਂ ਚਾਹੀਦੀਆਂ ਨੇ। ਕਿਉਂ ਨਹੀਂ ਸਰਕਾਰ ਰੋਕ ਲਾ ਸਕਦੀ? ਕਿਉਂ ਨਹੀਂ ਸਰਕਾਰ ਦੂਜੀਆਂ ਸਟੇਟਾਂ ਵਾਂਗ ਵੀ ਫਲਾਣੀ ਜਿਹੜੀ ਲੋਕ ਨੇ ਦੂਜੀਆਂ ਸਟੇਟਾਂ ਦੇ ਆ ਕੇ ਸਾਡੀ ਸਟੇਟ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ? ਸਭ ਕੁਝ ਕਰ ਸਕਦੇ ਨੇ। ਪਰ ਵੀਰੋ, ਜਿਹੜਾ ਸਾਡਾ ਫਰਜ਼ ਹੈ, ਸਾਡਾ ਕੀ ਹੈ? ਸਾਨੂੰ ਹੁਣ ਆਰਥਿਕ ਤੌਰ ਤੇ ਮਜ਼ਬੂਤ ਹੋਣ ਲਈ ਸਾਨੂੰ ਜਿਹੜੀ ਉਹਨਾਂ ਲੋਕਾਂ ਦੀ ਸੋਚ ਹੈ, ਪਹਿਲੀ ਸੋਚ ਉਹਨਾਂ ਦੀ ਇਹ ਹੈ ਵੀ ਅਸੀਂ ਇੱਥੇ ਆ ਕੇ ਜਦ ਖੇਤੀ ਕਰਨੀ ਹੈ ਨਾ, ਜਿਹੜਾ ਸਾਨੂੰ, ਜਿਵੇਂ ਪਹਿਲਾਂ ਗੱਲ ਹੋਈ ਹੈ, ਇੱਥੇ ਲਾਰੇ 'ਚ ਲਾਤਾ, ਜਿਹੜਾ ਸਾਨੂੰ ਇੱਕ ਚੇਟਕ ਲਾਤੀ ਵੀ ਅਸੀਂ ਆਹ ਫਸਲਾਂ ਪੈਦਾ ਕਰਦੇ ਹਾਂ, ਵੀ ਇਹਨਾਂ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ। ਵੀਰੋ, ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਸਾਨੂੰ ਸੋਚ ਕੀ ਬਦਲਣੀ ਪੈਣੀ ਹੈ? ਜਿਹੜੀ ਉਹਨਾਂ ਦੀ ਸੋਚ ਹੈ, ਉਹਨਾਂ ਦੀ ਸੋਚ ਹੈ ਵੀ ਅਸੀਂ ਇੱਥੇ ਆ ਕੇ ਖੇਤੀ ਕਰਨੀ ਹੈ ਆਰਗੈਨਿਕ। ਜਿਹੜੀ ਉਹ ਆਰਗੈਨਿਕ ਖੇਤੀ ਹੋਣੀ ਹੈ। ਤੁਸੀਂ ਤਾਂ ਜਿਹੜੀ ਚੀਜ਼ ਪੈਦਾ ਕਰਦੇ ਹੋ ਨਾ ਹਿੰਦੁਸਤਾਨ 'ਚ, ਇਹ ਹਿੰਦੁਸਤਾਨ ਦੇ ਵਿੱਚੇ ਵਿਕ ਸਕਦੀ ਹੈ। ਹਿੰਦੁਸਤਾਨ ਤੋਂ ਬਾਹਰ ਤੁਹਾਡੀ ਕੋਈ ਫਸਲ ਨਹੀਂ ਵਿਕਦੀ। ਤੁਸੀਂ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਫੇਲ ਹੋ, ਇੰਡੀਆ ਦੇ ਸਾਰੇ ਕਿਸਾਨ। ਤੁਹਾਨੂੰ ਉਹਦੇ ਲਈ ਆਰਗੈਨਿਕ ਖੇਤੀ ਕਰਨੀ ਪੈਣੀ ਹੈ। ਜੇ ਤੁਸੀਂ ਆਰਗੈਨਿਕ ਖੇਤੀ ਨਹੀਂ ਕਰੋਗੇ, ਤੁਸੀਂ ਬਿਲਕੁਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। 2-3 ਸਾਲ ਬਾਅਦ ਆਪਾਂ ਨੂੰ ਵੈਸੇ ਹੀ ਹਥਿਆਰ ਸਿੱਟਣੇ ਪੈ ਜਾਣੇ ਨੇ, ਜਾਂ ਤੁਹਾਡੇ ਪੱਲੇ ਹੀ ਕੁਝ ਨਹੀਂ ਰਹਿਣਾ। ਕਿਉਂਕਿ ਉਹਨਾਂ ਦੀ ਚੀਜ਼ ਇੱਥੋਂ ਪੈਦਾ ਕਰੀ ਹੋਈ ਡਾਲਰਾਂ 'ਚ ਵਿਕਣੀ ਹੈ, ਸਾਰੀ ਦੁਨੀਆ ਦੇ ਵਿੱਚ ਜਾਣੀ ਹੈ। ਅੱਜ ਸਾਨੂੰ ਇਹ ਸੋਚਣਾ ਪੈਣਾ। ਔਰ ਦੂਜੀ ਗੱਲ, ਜਿਹੜੀਆਂ ਫਸਲਾਂ ਨੇ, ਸਾਨੂੰ ਫਸਲਾਂ ਇਹ ਨਾ ਸੋਚੋ ਵੀ ਹੁਣ ਜੀਰੀ ਤੇ MSP ਆ, ਕਣਕ ਤੇ MSP ਆ, ਵੀ ਆਹੀ ਬੀਜੀ ਜਾਓ। ਆ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ, ਨੈੱਟ ਦੇ ਉੱਤੇ ਸਰਚ ਕਰੋ ਕਿਹੜੀ ਫਸਲ ਦੀ ਲੋੜ ਆ ਸਾਡੇ ਟੈਂਪਰੇਚਰ ਦੇ ਹਿਸਾਬ ਨਾਲ। ਸਾਨੂੰ ਉਹ ਫਸਲ ਪੈਦਾ ਕਰਨੀ ਪੈਣੀ ਹੈ। ਅਸੀਂ ਛੱਡ ਕੇ ਆ ਕਣਕ ਸਾਡੀ ਫਸਲ ਨਹੀਂ ਹੈਗੀ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਗੱਲ ਦੀ। ਆ ਜੀਰੀ ਸਾਡੀ ਫਸਲ ਨਹੀਂ ਹੈਗੀ। ਸਾਡੀ ਫਸਲ ਬਾਬੇ ਦੇ ਨਾਨਕ ਦੇ ਟਾਈਮ ਕੀ ਪੈਦਾ ਹੁੰਦਾ ਸੀ? ਕੋਧਰਾ ਪੈਦਾ ਹੁੰਦਾ ਸੀ। ਬਾਬੇ ਨਾਨਕ ਦੇ ਟਾਈਮ ਬਾਜਰਾ ਪੈਦਾ ਹੁੰਦਾ ਸੀ, ਕਟੁੰਗੀ ਪੈਦਾ ਹੁੰਦੀ ਸੀ, ਹਰੀ ਕਣਕੀ ਪੈਦਾ ਹੁੰਦੀ ਸੀ। ਕਿੱਥੇ ਗਈਆਂ? ਅੱਜ 150 ਰੁਪਏ ਕਿਲੋ ਵਿਕ ਰਿਹਾ ਕੋਧਰਾ। ਤੁਸੀਂ ਕਿਉਂ ਨਹੀਂ ਪੈਦਾ ਕਰਦੇ? ਤੁਸੀਂ ਪੈਦਾ ਕਰ ਸਕਦੇ ਹੋ, ਪਰ ਅਸੀਂ ਉਹ ਚੀਜ਼ਾਂ ਛੱਡਦੀਆਂ ਸੀ। ਕਹਿੰਦੇ ਵੀ ਇੱਕੇ ਦਿਨ ਨਿਬੜੇ ਕੰਮ, ਕੰਬਾਈਨ ਬਾੜਤੀ, ਸਾਰਾ ਕੁਝ ਨਿਬੜ ਜਾਵੇ। ਸਾਨੂੰ ਐਸ ਖੇਤੀ ਵੱਲ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ
ਉਹ ਚੀਜ਼ਾਂ ਉਹ ਫਸਲਾਂ ਪੈਦਾ ਕਰਨੀਆਂ ਪੈਣੀਆਂ ਨੇ ਸਾਨੂੰ 10-10 ਕਿਸਾਨਾਂ ਨੂੰ 15-15 ਕਿਸਾਨਾਂ ਨੂੰ ਇਕੱਠੇ ਹੋ ਕੇ ਟ੍ਰੇਡ ਇੱਕ ਮਾਰਕਾ ਲੈਣਾ ਪੈਣਾ ਹੈ। ਮਾਰਕਾ ਲੈ ਕੇ ਤੁਹਾਨੂੰ ਅੰਤਰਰਾਸ਼ਟਰੀ ਮਾਰਕੀਟ 'ਚ ਅਸੀਂ ਤਾਂ ਪਹੁੰਚ ਸਕਦੇ ਹਾਂ। ਔਰ ਦੂਜੀ ਗੱਲ ਜਿਹੜੇ ਇਹਦੇ ਨੇ ਭੰਡਾਰ ਕਰ ਲਾਂਗੇ ਅਸੀਂ ਫਲਾਣਾ ਕਰ ਲਾਂਗੇ ਜੇ ਸਾਡੀ ਸਟੇਟ ਗਵਰਨਮੈਂਟ ਚਾਹੇ ਕਿਹੜੀ ਜ਼ਮੀਨ ਪੰਚਾਇਤ ਕੋਲ ਜ਼ਮੀਨ ਨਹੀਂ ਅੱਜ 90% ਗ੍ਰਾਮ ਪੰਚਾਇਤਾਂ ਕੋਲ ਜ਼ਮੀਨ ਹੈ ਉਹਨਾਂ 'ਚ ਵੀ ਗਡਾਊਨ ਬਣ ਸਕਦੇ ਨੇ। ਅੱਜ ਹਰ ਪਿੰਡ ਕੋਆਪਰੇਟਿਵ ਸੁਸਾਇਟੀ ਨਾਲ ਜੁੜਿਆ ਹੋਇਆ ਕਿਉਂ ਨਹੀਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਡਿਵੈਲਪ ਕਰਦੇ ਕਿਉਂ ਨਹੀਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਗਡਾਊਨ ਬਣ ਸਕਦੇ ਜੇ ਉਹ ਨਹੀਂ ਬਣ ਸਕਦੇ ਤਾਂ ਸਾਡੇ ਕਿਸਾਨ ਬਣਾਉਣ ਨੂੰ ਤਿਆਰ ਨੇ। ਇਹ ਸਰਕਾਰਾਂ ਸਾਨੂੰ ਦੇਣ ਪੈਸੇ ਸਾਨੂੰ ਪੈਸੇ ਦੇਣ 80% ਸਬਸਿਡੀ ਦੇਣ 20% ਪੈਸੇ ਅਸੀਂ ਲਾ ਕੇ ਜੱਟੇ ਅਸੀਂ ਆਪੇ ਬਣਾ ਲੈਂਦੇ ਹਾਂ ਗਡਾਊਨ ਕਿੱਡੀ ਗੱਲ ਹੈ ਇਹ ਕੋਈ ਬੜੀ ਗੱਲ ਨਹੀਂ। ਪਰ ਇਹਨਾਂ ਲੋਕਾਂ ਦੇ ਮਨ ਨਹੀਂ ਸਾਫ਼ ਹੈਗੇ ਇਹ ਲੋਕ ਸਾਰੇ ਬੇਈਮਾਨ ਇਕੱਠੇ ਹੋਏ ਨੇ। ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀਰੋ ਅੱਜ ਨੌਜਵਾਨ ਆ ਜਿਹੜਾ ਅੱਜ ਸਾਡਾ ਬਜ਼ੁਰਗ ਹੈ ਹਰ ਬੰਦਾ ਇਸ ਗੱਲ ਲਈ ਸੁਚੇਤ ਹੋਵੋ ਵੀ ਇਹ ਫੇਰ ਭੁਲੇਖੇ ਪਾਉਣਗੇ। ਇਹ ਜਿਹੜੀ 2022 ਵਾਲੀ ਯਾਰ 2024 ਵਾਲੀ ਰਾਜਨੀਤੀ ਹੋ ਰਹੀ ਹੈ ਜਿਹੜੇ ਪੋਲੀਟੀਕਲ ਬੰਦੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀਆਂ ਕਣਕਾਂ ਤੱਕ ਇਹਨਾਂ ਦਾ 10-10 ਪੁਸਤਾਂ ਦਾ ਹੀਲਾ ਕਰਿਆ ਹੋਇਆ ਪਹਿਲਾਂ ਹੀ ਇਹਨਾਂ ਨੂੰ ਕੋਈ ਮਤਲਬ ਨਹੀਂ। ਇਹਨਾਂ ਨੇ ਤਾਂ ਆਪਣਾ ਇੰਨਾ ਕੁ ਜਗਾੜ ਬਣਾਇਆ ਹੋਇਆ ਇਹਦਾ ਚਾਹੇ 20 ਪੁਸਤਾਂ ਬੈਠੇ ਖਾਈ ਜਾਣ 20 ਪੁਸਤਾਂ ਤੁਹਾਡਾ ਕੀ ਹੀਲਾ ਤੁਹਾਡਾ ਜੇ 1 ਸਾਲ ਨਾਲ ਫਸਲ ਵਿਕੀ ਪਹਿਲੀ ਗੱਲ ਤਾਂ ਜਿਵੇਂ ਉਹ ਬਾਈ ਦੱਸ ਕੇ ਗਿਆ ਆਪਣਾ ਪਟਵਾਰੀ ਭਰਾ ਤੁਹਾਡੇ ਸਾਰੇ ਪਹਿਲਾਂ ਹੀ ਲਾਲ ਫਰਦਾਂ 'ਚ ਔਰ ਦੂਜੀ ਗੱਲ ਜੇ ਇਹ ਆ ਗਏ ਇਹਨਾਂ ਨੇ ਆ ਕੇ ਤੁਹਾਡੇ ਲੋਨ ਲੈ ਕੇ ਤੁਸੀਂ ਤਾਂ ਵਿਹਲੇ ਹੀ ਹੋ ਜਾਣਾ ਇੱਕਣੀ। ਸੋ ਇਸ ਕਰਕੇ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਓ। ਹਰ ਨੌਜਵਾਨ ਹਰ ਬਜ਼ੁਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਓ। ਜਿੱਦਣ ਤੁਸੀਂ ਹੱਕਾਂ ਪ੍ਰਤੀ ਜਾਗਰੂਕ ਹੋਗੇ ਨਾ ਆ ਤਾਂ ਆਪਣੇ ਆਪੇ ਤੁਰ ਜਾਣੇ ਨੇ। ਇਹ ਬਿਜ਼ਨਸ ਦੇ ਮਾਰੇ ਲੋਕ ਇਲੈਕਸ਼ਨਾਂ ਲੜ ਰਹੇ ਨੇ ਜਿੱਦਣ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਹੁਣ ਇਹ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਇਹ ਲੋਕ ਚੰਗਾ ਬੰਦਾ ਚੁਣਨਗੇ। ਇਹ ਅੱਜ ਅਸੀਂ ਕੀ ਕਰਦੇ ਆ ਅਸੀਂ ਜਿਹਦੇ ਕੋਲ ਫੋਰਚੂਨਰ ਗੱਡੀ ਆ ਜਿਹਦੇ ਕੋਲ ਚਿੱਟੇ ਕੱਪੜੇ ਪਾਏ ਨੇ 7000 ਵਾਲੀ ਜੁੱਤੀ ਪਾਈ ਆ ਅਸੀਂ ਉਹਨੂੰ ਤਾਂ ਬਿਠਾ ਦਿਆਂ ਅੰਦਰ ਸੋਫੇ ਤੇ ਚਾਹੇ ਠੱਗ ਸਿਰੇ ਦਾ ਹੋਵੇ। ਔਰ ਜਿਹੜਾ ਬੰਦਾ ਬਾਈ ਵਿਚਾਰਾ ਜਿਹੜਾ ਜੇਲਾਂ ਕੱਟ ਕੇ ਆਏ ਨੇ ਜਿਹੜਾ ਜਿਹਦੀ ਸੋਚ ਸਹੀ ਆ ਸਾਈਕਲ ਤੇ ਫਿਰਦਾ ਅਸੀਂ ਬਾਈ ਉਹਨੂੰ ਚਾਹ ਨਹੀਂ ਪੁੱਛਦੇ ਪਾਣੀ ਨਹੀਂ ਪੁੱਛਦੇ ਉਹਨੂੰ ਇਹ ਤਾਂ ਸਾਡੀ ਸੋਚ ਖੜੀ ਆ। ਸੋ ਇਸ ਕਰਕੇ ਵੀਰੋ ਇਹ ਗੱਲ ਤੇ ਧਿਆਨ ਦਿਓ ਜ਼ਰੂਰੀ ਜੇ ਤੁਸੀਂ ਚੰਗੀ ਲੀਡਰਸ਼ਿਪ ਪੈਦਾ ਕਰਨੀ ਹੈ ਚੰਗੇ ਲੀਡਰਸ਼ਿਪ ਪੈਦਾ ਕਰਕੇ ਦੇਖੋ ਇਹ 'ਚ ਵੀ ਕੋਈ ਸ਼ੱਕ ਨਹੀਂ ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਜਿੰਨਾ ਚਿਰ ਸਾਡੇ ਕੋਲ ਪਾਵਰ ਨਹੀਂ ਨਾ ਆਉਂਦੀ ਓਨਾ ਚਿਰ ਤੁਸੀਂ ਕੁਝ ਨਹੀਂ ਕਰ ਸਕਦੇ। ਰੌਲਾ ਜਿੰਨਾ ਮਰਜ਼ੀ ਪਾਈਏ ਸਪੀਚ ਜਿੰਨੀ ਮਰਜ਼ੀ ਵਧੀਆ ਕਰ ਲਈਏ ਬੰਦਾ ਜੇ ਕੁਝ ਕਰ ਸਕਦਾ ਚੰਗੀ ਸੋਚ ਵਾਲਾ ਉਹ ਕੁਰਸੀ ਤੇ ਬੈਠ ਕੇ ਹੀ ਕਰ ਸਕਦਾ। ਸੋ ਇਸ ਕਰਕੇ ਚੰਗੀ ਸੋਚ ਵਾਲੇ ਚੰਗੇ ਲੋਕ ਉਹ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋਣ ਉਹਨਾਂ ਲੋਕਾਂ ਨੂੰ ਲਿਆ ਕੇ ਅੱਗੇ ਤਾਂ ਮਾੜਾ ਮੋਟਾ ਤੁਸੀਂ ਕੰਟਰੋਲ ਚੰਗੀ ਲੀਡਰਸ਼ਿਪ ਨਾਲ ਹੋ ਸਕਦਾ। ਜਿਹੜਾ ਬੰਦਾ ਧਨ ਇਕੱਠਾ ਕਰਨ ਲੱਗਿਆ ਹੋਇਆ ਜਿਹੜਾ ਬੰਦਾ ਸੋਚ ਸਾਡੇ ਲਈ ਮਾੜੀ ਰੱਖਦਾ ਉਹਦਾ ਪਿਛੋਕੜ ਚੰਗਾ ਨਹੀਂ ਉਹਦਾ ਕਰੈਕਟਰ ਚੰਗਾ ਨਹੀਂ ਇਹੋ ਜਿਹੇ ਬੰਦਿਆਂ ਦੀ ਕਰੋ ਛੁੱਟੀ ਤਾਂ ਤੁਹਾਡਾ ਸਿਸਟਮ ਆ ਜਿਹੜਾ ਠੀਕ ਹੋਣਾ। ਸੋ ਸਾਰੀ ਸੰਗਤ ਦਾ ਜਿੱਥੇ ਮੈਂ ਵਿਸ਼ੇਸ਼ ਤੌਰ ਤੇ ਮੈਨੂੰ ਜੋਗਾ ਸਿੰਘ ਜੀ ਦਾ ਮੈਂ ਬੇਨਤੀ ਕਰਦਾ ਵੀ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਕਿਉਂਕਿ ਕਈ ਵਾਰ ਬੰਦੇ ਸੋਚਦੇ ਨਹੀਂ ਪਤਾ ਨਹੀਂ ਕੀ ਬੰਦਾ ਗੱਲ ਕਰੂਗਾ ਕੀ ਨਹੀਂ ਕਰੂਗਾ। ਮੈਂ ਤਾਂ ਪਹਿਲੇ ਦਿਨ ਤੋਂ ਦੇਖੋ ਇਸ ਤਰੀਕੇ ਨਾਲ ਲੜਾਈ ਲੜ ਰਿਹਾ ਆਪਣੀ ਸਹੀ ਗੱਲ ਕੀਤੀ ਹੈ। ਜਿੱਥੇ ਕੋਈ ਕਹੇ ਜਿਹੜੀ ਮਰਜ਼ੀ ਪਾਰਟੀ ਗਲਤ ਹੈ ਉੱਥੇ ਗਲਤ ਨੂੰ ਗਲਤ ਕਿਹਾ ਔਰ ਸਹੀ ਨੂੰ ਸਹੀ ਕਿਹਾ। ਸੋ ਇਸ ਕਰਕੇ ਆਪਾਂ ਸਾਰੇ ਇਕਮੁੱਠ ਹੋ ਕੇ ਇੱਕ ਜਿਹੜੀ ਲੜਾਈ ਅੱਜ ਸਾਰੀਆਂ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਮੈਂ ਤਾਂ ਕਹਿੰਦਾ ਕਿਸਾਨ ਯੂਨੀਅਨ ਨੂੰ ਮੈਂ ਇਕੱਲਾ ਬੰਦਾ ਜਿਹੜਾ ਮੈਂ ਕਿਸਾਨ ਯੂਨੀਅਨ ਦੇ ਧਰਨੇ ਜਾਂਦਾ ਰੋਜ਼ ਔਰ ਮੈਨੂੰ ਵਿਚਾਰੇ ਉਹ ਸਤਿਕਾਰ ਵੀ ਬਹੁਤ ਕਰਦੇ ਨੇ। ਇਹ ਕਿਸਾਨ ਯੂਨੀਅਨ ਆ ਜੇ ਪਤੇ ਪ੍ਰੋਗਰਾਮ ਦੇ ਦੇਣਾ ਚੰਗੀ ਤਰ੍ਹਾਂ 31 ਦੀਆਂ 31 ਵੀ ਗੱਲ ਸੁਣ ਲਓ ਨਹੀਂ ਤਾਂ ਸਿੱਧੇ ਹੋ ਕੇ ਆ ਜਾਓ ਪਿੱਛੇ ਸਾਡੇ ਸਾਡਾ ਹੈਗਾ ਆਹ ਪ੍ਰੋਗਰਾਮ ਵੀ ਜੇ ਤੁਸੀਂ ਸਾਡੇ ਨਾਲ ਨਾ ਆਏ ਸਾਰਾ ਪੰਜਾਬ ਇਹਨਾਂ ਦਾ ਬਾਈਕਾਟ ਕਰੋ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ। ਲੈ ਜੇ ਕਰਤਾ ਸਾਂਝ ਨੂੰ ਸਿੱਧੇ ਹੋ ਜਾਣਗੇ ਸਾਰੇ ਹਜੇ ਤਾਂ ਸਾਰੇ ਆਪਣੀ ਢੋਲਕੀ ਵਜਾਉਣ ਲੱਗੇ ਹੋਏ ਨੇ ਐਕਣਾ ਨਹੀਂ ਕੰਮ ਚੱਲਣਾ। ਤੁਸੀਂ ਵੀ ਆਪਣੀ ਗੱਲ ਬਚਾਓ ਚਾਹੇ ਵੀਡੀਓ ਰਾਹੀਂ ਜਿਵੇਂ ਮਰਜ਼ੀ ਵੀ ਕਿਸਾਨ ਯੂਨੀਅਨ ਜੇ ਇੱਕ ਝੰਡੇ ਤੇ ਇਕੱਠੇ ਹੋ ਗਈਆਂ ਇੱਕ ਪ੍ਰੋਗਰਾਮ ਦਿਓ ਵੀ ਇੱਕ ਪ੍ਰੋਗਰਾਮ ਸਾਡਾ ਸਾਰੀ ਸਿਆਸੀ ਪਾਰਟੀਆਂ ਨੂੰ ਆਹ ਪ੍ਰੋਗਰਾਮ ਹੈ। ਜੇ ਤੁਸੀਂ ਸਿਆਸੀ ਪਾਰਟੀਆਂ ਸਾਡੇ ਨਾਲ ਨਹੀਂ ਆਉਂਦੀਆਂ ਅਸੀਂ ਤੁਹਾਡਾ ਸਾਰੇ ਪੰਜਾਬ ਦੇ ਲੋਕ ਬਾਈਕਾਟ ਕਰਨਗੇ। ਜੇ ਨਾ ਸਾਂਝ ਨੂੰ ਆ ਕੇ ਪੈਰਾਂ 'ਚ ਬੈਠੇ ਮੈਨੂੰ ਬਲਜੀਤ ਸਿੰਘ ਭੁੱਟਾ ਨਾ ਕਿਹੋ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।